ਰਾਧਾ ਸੁਆਮੀ ਜੀ, ਰਾਧਾ ਸੁਆਮੀ ਜੀ। ਧੰਨ ਧੰਨ ਸਮਰੱਥ ਸਤਿਗੁਰੂ ਹੁਕਮ ਪ੍ਰਤਾਪ। ਰਾਧਾ ਸੁਆਮੀ, ਰਾਧਾ ਸੁਆਮੀ ਜੀ। ਸਾਰਿਆਂ ਨੇ ਗੁਰੂ ਮਹਾਰਾਜ ਦੇ ਬਚਨ ਸੁਣੇ, ਸਤਸੰਗ ਸੁਣਿਆ। ਅੱਗੇ ਵੀ ਕਈ ਵਾਰੀ ਬੇਨਤੀ ਕੀਤੀ ਇਹੋ ਕਿ ਸਤਸੰਗ ਕੋਈ ਟਾਈਮ ਪਾਸ ਕਰਨ ਵਾਸਤੇ ਜਾਂ ਕੋਈ ਲੈਕਚਰ ਜਾਂ ਕੋਈ ਕਿਸੇ ਚੀਜ਼ ਦੀ ਵਿਆਖਿਆ ਨਹੀਂ। ਸਤਿਗੁਰਾਂ ਦੇ ਬਚਨ ਹੀ ਕਿ ਸਤਸੰਗ ਜਿਹੜਾ ਕੀਤਾ ਨਹੀਂ ਜਾਂਦਾ ਨਾਜ਼ਲ ਹੁੰਦਾ ਹੈ। ਅਤੇ ਉਹ ਜਿਹੜੇ ਬਚਨ ਨੇ ਸਤਿਗੁਰਾਂ ਦੇ ਸੁਣ ਕੇ ਉਹਦੇ 'ਤੇ ਅਮਲ ਕਰਕੇ ਉਹਦੇ 'ਤੇ ਚੱਲ ਕੇ ਹੀ ਅਸੀਂ ਕੋਈ ਫਾਇਦਾ ਲੈ ਸਕਦੇ ਹਾਂ। ਇਸ ਤਰ੍ਹਾਂ ਗੁਰੂ ਮਹਾਰਾਜ ਦੇ ਬਚਨ ਕਿ ਦੁਰਲਭ ਦੇਹ ਪਾਈ ਵਡਭਾਗੀ, ਨਾਮ ਨਾ ਜਪਤੇ ਆਤਮ ਘਾਤੀ। ਇਹ ਤੇ ਕਦਰ ਜਿਹੜੀ ਆ ਵਾਕਈ ਸੰਤਾਂ ਨੂੰ ਹੀ ਹੈ ਕਿ ਇਹ ਜਿਹੜੀ ਦੇਹ ਸਾਨੂੰ ਮਿਲੀ ਹੈ ਕਿੰਨੇ ਭਾਗਾਂ ਨਾਲ, ਕਿੰਨੀ ਦੇਰ ਬਾਅਦ ਸਤਿਗੁਰਾਂ ਦੀ ਕਿਰਪਾ ਦੇ ਨਾਲ ਮਿਲੀ ਹੈ। ਜੇ ਅਸੀਂ ਇਹ ਦੇਹ ਲੈ ਕੇ ਇਹ ਮਨੁੱਖ ਚੋਲਾ ਪਾ ਕੇ ਵੀ ਸਤਿਗੁਰਾਂ ਦਾ ਨਾਮ ਨਹੀਂ ਜਪਦੇ, ਉਹਨਾਂ ਦੇ ਵਚਨ 'ਚ ਨਹੀਂ ਰਹਿੰਦੇ, ਅਤੇ ਉਹਨਾਂ ਨੇ ਫਰਮਾਇਆ ਕਿ ਉਹ ਆਤਮ ਘਾਤੀ, ਆਪਣਾ ਘਾਤ ਕਰਨ ਵਾਲਾ। ਕਿਉਂਕਿ ਦੇਹ ਮਿਲੀ, ਜਨਮ ਮਿਲਿਆ ਕਾਹਦੇ ਵਾਸਤੇ? ਕਿਉਂਕਿ ਕਰਮ ਭੂਮੀ ਹੈ, ਇੱਥੇ ਕਰਮ ਕਰਨ ਵਾਸਤੇ ਇਹ ਦੇਹ ਮਿਲੀ ਹੈ। ਕੋਈ ਨਾ ਕੋਈ ਕਰਮ ਅਸੀਂ ਇੱਥੇ ਕਰਨਾ ਹੀ ਹੈ, ਚਾਹੇ ਉਹ ਚੰਗਾ ਹੋਵੇ ਚਾਹੇ ਉਹ ਮਾੜਾ ਹੋਵੇ। ਪਰ ਸਭ ਤੋਂ ਵਧੀਆ ਜਿਹੜਾ ਕਰਮ ਹੈ ਸਤਿਗੁਰਾਂ ਦਾ ਨਾਮ ਜਪਣਾ। ਕਿਉਂਕਿ ਹੋਰ ਜਿੰਨੇ ਵੀ ਕਰਮ ਨੇ ਉਹ ਸਾਨੂੰ ਥੱਲੇ ਨੀਚੇ ਗਿਰਾਉਣ ਵਾਲੇ ਨੇ ਸਾਰੇ। ਇੱਕ ਸਤਿਗੁਰਾਂ ਦਾ ਸਿਮਰਨ ਭਜਨ ਜਿਹੜਾ ਇਹੋ ਹੀ ਐਸਾ ਕਰਮ ਹੈ ਜਿਹਦੇ ਵਿੱਚ ਸਾਨੂੰ ਕੋਈ ਘਾਟਾ ਨਹੀਂ। ਹਰ ਟਾਈਮ 'ਤੇ ਜਦੋਂ ਵੀ ਕੋਈ ਸੰਤ ਮਹਾਤਮਾ ਇਸ ਦੁਨੀਆ 'ਤੇ ਆਏ, ਉਹਨਾਂ ਨੇ ਆਪਣੇ ਆਪਣੇ ਤਰੀਕੇ ਦੇ ਨਾਲ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਨੇ ਹਰ ਇੱਕ ਵਾਰ, ਦਿਨ, ਮਹੀਨੇ, ਸਾਲ ਸਾਰੇ ਹੀ ਉਹਨਾਂ ਦੇ ਚਰਨਾਂ ਦੇ ਵਿੱਚ ਜੋੜ ਦਿੱਤੇ। ਸਤਿਗੁਰਾਂ ਦੇ ਬਚਨ ਕਿ ਬਈ ਸਾਨੂੰ ਇਹ ਨਹੀਂ ਆ ਕਿ ਦਿਨ 'ਚ ਇੱਕ ਵਾਰੀ ਦੋ ਵਾਰੀ, ਉਹਨਾਂ ਨੇ ਕਹਿਣਾ ਸਾਹ ਸਾਹ ਨਾਲ ਸਾਨੂੰ ਸਤਿਗੁਰਾਂ ਦੀ ਲੋੜ ਹੈ। ਕਦਮ ਕਦਮ 'ਤੇ ਸਾਨੂੰ ਉਹਨਾਂ ਦਾ ਆਸਰਾ ਚਾਹੀਦਾ ਹੈ। ਬਾਣੀ 'ਚ ਵੀ ਇਸ ਮਹੀਨੇ ਦਾ ਉਹਨਾਂ ਨੇ ਬਹੁਤ ਵਧੀਆ ਇਹਦੀ ਵਿਆਖਿਆ ਕੀਤੀ ਹੈ। ਹਰ ਤਰ੍ਹਾਂ ਉਹਨਾਂ ਨੇ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਪਰ ਜਦੋਂ ਤੱਕ ਅਸੀਂ ਉਹਨੂੰ ਸੁਣ ਕੇ ਅਮਲ ਨਹੀਂ ਕਰਦੇ, ਉਹਦੇ ਉੱਤੇ ਵਿਚਾਰ ਨਹੀਂ ਕਰਦੇ, ਉਦੋਂ ਤੱਕ ਜਿੰਨੀਆਂ ਮਰਜ਼ੀ ਬਾਣੀਆਂ ਪੜ੍ਹੀ ਜਾਈਏ, ਜਿੰਨੇ ਮਰਜ਼ੀ ਸਤਸੰਗ ਸੁਣੀ ਜਾਈਏ, ਜੋ ਮਰਜ਼ੀ ਕਰੀ ਜਾਈਏ, ਉਹ ਵਿਅਰਥ ਨੇ ਸਾਰੇ। ਅੱਜ ਵੀ ਸੰਗਰਾਂਦ ਦਾ ਦਿਨ ਹੈ। ਸਤਿਗੁਰਾਂ ਨੇ ਇਸ ਮਹੀਨੇ ਬਾਰੇ ਵੀ ਜੋ ਸਤਿਗੁਰਾਂ ਨੇ ਆਪਣੇ ਵਿਚਾਰ ਦੱਸੇ ਨੇ, ਕਿਉਂਕਿ ਕਰਮਾਂ ਦਾ ਦੇਸ਼ ਹੈ। ਕਰਮ ਸਾਨੂੰ ਕੋਈ ਨਾ ਕੋਈ ਇੱਥੇ ਆ ਕੇ ਕਰਨੇ ਹੀ ਪੈਂਦੇ ਨੇ। ਪਰ ਬੜਾ ਸੋਚ ਕੇ ਸਮਝ ਕੇ, ਕਿਉਂਕਿ ਸਾਨੂੰ ਟਾਈਮ ਮਿਲਿਆ ਇਹ ਬਾਰ-ਬਾਰ ਨਹੀਂ ਮਿਲਦਾ, ਕਿਹੜੇ ਕਰਮ ਕਰਨੇ ਨੇ ਇੱਥੇ ਜਿਹਦੇ ਨਾਲ ਅਸੀਂ ਇੱਥੋਂ ਨਿਕਲ ਜਾਈਏ। ਕਿਉਂਕਿ ਇਹ ਦੁੱਖਾਂ ਸੁੱਖਾਂ ਦਾ ਦੇਸ਼ ਹੈ। ਇੱਥੇ ਸਥਿਰ ਅਵਸਥਾ ਕੋਈ ਵੀ ਨਹੀਂ ਹੈਗੀ। ਉਹਨਾਂ ਨੇ ਫਰਮਾਇਆ ਕਿ ਕਤਕ ਕਰਮ ਕਮਾਵਣੇ, ਦੋਸ਼ ਨਾ ਕਾਹੂ ਜੋਗ। ਇਹ ਇਸ ਮਹੀਨੇ ਦੇ ਵਿੱਚ, ਕੱਤੇ ਦੇ ਮਹੀਨੇ ਵਿੱਚ ਸਾਨੂੰ ਉਹਨਾਂ ਨੇ ਸੰਦੇਸ਼ ਦਿੱਤਾ। ਇਹ ਵੀ ਭੁੱਲ ਕੇ ਵੀ
ਕਿਸੇ ਵੀ ਗੱਲ ਦਾ ਕਿਸੇ ਦੇ ਉੱਤੇ ਜਿਹੜਾ ਵਾ ਦੋਸ਼ ਨਾ ਦੇਈਂ। ਕਿ ਇੱਕ ਆਦਮੀ ਦੀ ਆਦਤ ਹੈ, ਫਿਤਰਤ ਹੈ ਕਿ ਜਦੋਂ ਵੀ ਕੋਈ ਕੰਮ ਚੰਗਾ ਹੁੰਦਾ ਹੈ ਤਾਂ ਉਹ ਤਾਂ ਕਹਿੰਦਾ ਮੈਂ ਕੀਤਾ ਹੈ, ਜਦੋਂ ਕੋਈ ਮਾੜਾ ਹੁੰਦਾ ਹੈ ਉਦੋਂ ਅਸੀਂ ਕਿਸੇ ਨਾ ਕਿਸੇ ਨੂੰ ਦੋਸ਼ ਦਿੰਦੇ ਹਾਂ, ਹਾਂ ਵੀ ਇਹਦੇ ਕਰਕੇ ਮੈਨੂੰ ਇਹ ਦੁੱਖ ਪਹੁੰਚਿਆ, ਇਹਦੇ ਕਰਕੇ ਮੈਂ ਇਹ ਜਿਹੜਾ ਦੁੱਖ ਪਾ ਰਿਹਾ ਹਾਂ। ਪਰ ਉਹਨਾਂ ਨੇ ਫਰਮਾਇਆ ਕਿ ਕਿਸੇ ਨੂੰ ਵੀ ਦੋਸ਼ ਨਾ ਦੇਈਂ, ਇਹ ਸਾਡੇ ਹੀ ਕੀਤੇ ਕਰਮ ਨੇ ਆਪਣੇ, ਜੋ ਅਸੀਂ ਬੀਜਿਆ ਹੈ ਉਹ ਸਾਨੂੰ ਵੱਢਣਾ ਪੈਂਦਾ ਹੈ। ਇਹ ਨਹੀਂ ਹੋ ਸਕਦਾ ਕਿ ਕਰਮ ਅਸੀਂ ਕਰੀਏ ਅਤੇ ਉਹਦਾ ਫਲ ਜਿਹੜਾ ਕੋਈ ਹੋਰ ਕੋਈ ਭੋਗੇ। ਜਿਸ ਤਰ੍ਹਾਂ ਦੇ ਕਰਮ ਕਰਦੇ ਹਾਂ ਅਸੀਂ, ਉਸੇ ਤਰ੍ਹਾਂ ਦੇ ਸਾਨੂੰ ਉਹਦਾ ਫਲ ਜਿਹੜਾ ਮਿਲਦਾ ਹੈ। ਅਤੇ ਇਹ ਬੜੀ ਵੱਡੀ ਭੁੱਲ ਆ ਕਿ ਜਿਹੜੀ ਅਸੀਂ ਬਾਰ ਬਾਰ ਇਹੋ ਹੀ ਕਰਦੇ ਹਾਂ। ਜਦੋਂ ਸਾਨੂੰ ਕੋਈ ਇਸ ਤਰ੍ਹਾਂ ਦਾ ਕੋਈ ਕਸ਼ਟ ਹੁੰਦਾ ਹੈ, ਦੁੱਖ ਹੁੰਦਾ ਹੈ, ਅਸੀਂ ਫੱਟ ਕਿਸੇ ਨਾ ਕਿਸੇ ਨੂੰ ਖੜਾ ਕਰ ਦਿੰਦੇ ਹਾਂ ਕਿ ਬਈ ਇਸ ਫਲਾਣੇ ਕਰਕੇ, ਇਸ ਕਰਕੇ ਮੈਨੂੰ ਦੁੱਖ ਹੋ ਰਿਹਾ ਹੈ। ਪਰ ਉਹਨਾਂ ਨੇ ਜੋ ਵੀ ਇਹ ਸਾਨੂੰ ਸੱਚ ਦੱਸ ਦਿੱਤਾ ਹੈ ਕਿ ਕਿਸੇ ਦਾ ਨਹੀਂ ਹੈ ਕੋਈ ਵੀ, ਇਹ ਸਾਡਾ ਹੀ ਕੀਤਾ ਸਾਨੂੰ ਮਿਲ ਰਿਹਾ ਹੈ। ਫਿਰ ਅੱਗੇ ਉਹਨਾਂ ਨੇ ਫਰਮਾਇਆ, ਪਰਮੇਸ਼ਵਰ ਦੇ ਭੁੱਲਿਆਂ ਵਿਆਪਣ ਸਭੇ ਰੋਗ। ਜਦੋਂ ਸਾਡੇ ਕੋਲੋਂ ਕਰਮ ਇਸ ਤਰ੍ਹਾਂ ਦੇ ਹੋ ਜਾਂਦੇ ਨੇ, ਉਹਨਾਂ ਨੂੰ ਭੁੱਲ ਕੇ, ਪਰਮੇਸ਼ਵਰ ਨੂੰ ਭੁੱਲਿਆਂ ਵਿਆਪਣ ਸਭੇ ਰੋਗ। ਸਭ ਤੋਂ ਵੱਡਾ ਰੋਗ ਤੇ ਉਹਨਾਂ ਨੂੰ, ਸਤਿਗੁਰਾਂ ਨੂੰ ਭੁੱਲਣਾ ਹੀ ਜਿਹੜਾ ਵਾ, ਇਸ ਤੋਂ ਵੱਡਾ ਹੋਰ ਕੋਈ ਰੋਗ ਹੀ ਨਹੀਂ ਹੈ। ਜਦੋਂ ਅਸੀਂ ਉਹਨਾਂ ਨੂੰ ਭੁੱਲ ਕੇ ਕੋਈ ਵੀ ਕਰਮ ਕਰਦੇ ਹਾਂ, ਉਹ ਸਾਡਾ ਕਰਮ ਬਣ ਜਾਂਦਾ ਹੈ। ਵੈਸੇ ਅਸੀਂ ਹਰ ਇੱਕ ਜੀਵ ਜਿਹੜਾ ਆਪਣੇ ਮਨ 'ਚ ਕਰਦਾ ਰਹਿੰਦਾ ਹੈ ਕਿ ਭਈ ਅਸੀਂ ਤਾਂ ਹਰ ਵੇਲੇ ਸਤਿਗੁਰਾਂ ਨੂੰ ਯਾਦ ਰੱਖਦੇ ਹਾਂ, ਅਸੀਂ ਤਾਂ ਉਹਨਾਂ ਨੂੰ ਕਦੀ ਭੁੱਲੇ ਨਹੀਂ। ਪਰ ਜੇ ਅਸੀਂ ਵਿਚਾਰ ਕਰੀਏ, ਧਿਆਨ ਦਈਏ, ਤਾਂ ਸਾਨੂੰ ਸਮਝ ਆ ਜਾਂਦੀ ਹੈ। ਕਿਉਂਕਿ ਉਹਨਾਂ ਨੂੰ ਭੁੱਲ ਕੇ ਹੀ ਅਸੀਂ ਕੋਈ ਕਰਮ ਐਸੇ ਕਰਦੇ ਹਾਂ। ਜੇ ਸਾਨੂੰ ਉਹ ਯਾਦ ਰਹਿਣ, ਫਿਰ ਸਾਡੇ ਕੋਲ ਕਦੀ ਵੀ ਕੋਈ ਜਿਹੜਾ ਕਰਮ ਮਾੜਾ ਨਹੀਂ ਹੋ ਸਕਦਾ। ਨਾ ਕਰਮ ਮਾੜਾ ਹੋਏਗਾ, ਨਾ ਉਹਨਾਂ ਦੀ ਨਾਰਾਜ਼ਗੀ ਆਏਗੀ, ਨਾ ਅਸੀਂ ਉਹਨਾਂ ਦੇ ਚਰਨਾਂ ਤੋਂ ਵਿਛੋੜੇ ਜਾਵਾਂਗੇ। ਅਤੇ ਸਭ ਤੋਂ ਵੱਡਾ ਰੋਗ ਜਿਹੜਾ ਕਿ ਉਹਨਾਂ ਦੇ ਚਰਨਾਂ ਤੋਂ ਵਿਛੋੜਾ, ਜਦੋਂ ਉਹਨਾਂ ਦੇ ਚਰਨਾਂ ਤੋਂ ਸਾਨੂੰ ਵਿਛੋੜਾ ਮਿਲਦਾ, ਦੂਰੀ ਮਿਲਦੀ ਹੈ, ਅਤੇ ਕਈ ਰੋਗ ਜਿਹੜੇ ਨੇ ਫਿਰ ਉਪਜਦੇ ਨੇ। ਇਸ ਕਰਕੇ ਹਰ ਟਾਈਮ 'ਤੇ, ਹਰ ਯੁੱਗ ਦੇ ਵਿੱਚ ਸੰਤਾਂ ਨੇ ਪੁਕਾਰ ਕੇ ਇਹੋ ਹੀ ਦੱਸਿਆ ਕਿ ਬਈ ਜਿਹੜੇ ਕਰਮ ਆ, ਬੜੇ ਸੋਚ ਕੇ ਸਮਝ ਕੇ ਸਾਨੂੰ ਕਰਨੇ ਚਾਹੀਦੇ ਆ। ਪਰ ਸਾਡੀ ਸੋਚ ਸਮਝ ਵੀ ਉੱਥੇ ਫੇਲ ਹੋ ਜਾਂਦੀ ਹੈ। ਜੇ ਅਸੀਂ ਸਤਿਗੁਰਾਂ ਦੇ ਬਚਨਾਂ ਦੇ ਉੱਤੇ ਜੋ ਫਰਮਾਉਂਦੇ ਨੇ ਬਿਲਕੁਲ ਉਹਨਾਂ ਨਾਲ ਚੱਲੀਏ, ਅਤੇ ਕਦੀ ਵੀ ਅਸੀਂ ਕੋਈ ਇਹੋ ਜਿਹਾ ਕੰਮ ਨਹੀਂ ਕਰਾਂਗੇ ਜਿਹਦੇ ਨਾਲ ਸਾਨੂੰ ਕੋਈ ਸਤਿਗੁਰਾਂ ਦੀ ਨਾਰਾਜ਼ਗੀ ਮਿਲੇ। ਅੱਗੇ ਉਹਨਾਂ ਨੇ ਫਰਮਾਇਆ, ਵੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ, ਖਿਨਵੇਂ ਕੌੜੇ ਹੋ ਗਏ ਜਿਤੜੇ ਮਾਇਆ ਭੋਗ। ਉਹਨਾਂ ਦੇ ਸਤਿਗੁਰਾਂ ਤੋਂ ਵੇਮੁਖ ਹੋਇਆ, ਕਿਉਂਕਿ ਜਦੋਂ ਉਹਨਾਂ ਤੋਂ ਅਸੀਂ ਬੇਮੁਖ ਹੋ ਕੇ ਕੋਈ ਵੀ ਕਰਮ ਕਰਦੇ ਹਾਂ, ਉਹਦਾ ਨਤੀਜਾ ਫਿਰ ਸਾਨੂੰ ਭੁਗਤਣਾ ਪੈਂਦਾ ਹੈ। ਪਰ ਬੇਮੁਖ ਹੁੰਦੇ ਕਾਹਦੇ ਵਾਸਤੇ ਆ? ਜਿਨ੍ਹਾਂ ਕਰਕੇ ਅਸੀਂ ਸਤਿਗੁਰਾਂ ਤੋਂ ਦੂਰ ਹੁੰਦੇ ਹਾਂ, ਉਹਨਾਂ ਤੋਂ ਬੇਮੁਖ ਹੁੰਦੇ ਹਾਂ। ਜਿਨ੍ਹਾਂ ਪਦਾਰਥਾਂ ਕਰਕੇ, ਜਿਨ੍ਹਾਂ ਰਿਸ਼ਤਿਆਂ ਨਾਤਿਆਂ ਕਰਕੇ, ਜਿਨ੍ਹਾਂ ਸਕੇ ਸੰਬੰਧੀਆਂ ਕਰਕੇ ਅਸੀਂ ਸਤਿਗੁਰਾਂ ਨੂੰ ਛੱਡ ਦਿੰਦੇ ਹਾਂ, ਜਾਂ ਉਹਨਾਂ ਤੋਂ ਬੇਮੁਖ ਹੋ ਜਾਂਦੇ ਹਾਂ। ਮੈਂ ਖਿਨਵੇਂ ਕੌੜੇ ਹੋ ਗਏ ਜਿਤਨੇ ਮਾਇਆ ਭੋਗ। ਜਿਨ੍ਹਾਂ ਕਰਕੇ ਅਸੀਂ ਸਤਿਗੁਰਾਂ ਤੋਂ ਬੇਮੁਖ ਹੋਏ, ਜਿਹੜੇ ਸਾਨੂੰ ਮਿੱਠੇ ਲੱਗਦੇ ਸੀ ਇਹ ਰਿਸ਼ਤੇ ਨਾਤੇ ਪਦਾਰਥ, ਪਤਾ ਨਹੀਂ ਲੱਗਦਾ ਇੱਕ ਛਿਣ ਦੇ ਵਿੱਚ ਉਹ ਕੌੜੇ ਹੋ ਜਾਂਦੇ ਆ।
ਜਿਨ੍ਹਾਂ ਵਾਸਤੇ ਅਸੀਂ ਕਰਮ ਕਮਾਉਂਦੇ ਹਾਂ, ਜਿਨ੍ਹਾਂ ਵਾਸਤੇ ਅਸੀਂ ਸਤਿਗੁਰਾਂ ਦੇ ਚਰਨਾਂ ਤੋਂ ਦੂਰ ਹੋ ਜਾਂਦੇ ਹਾਂ, ਉਹ ਵੀ ਸਾਡੇ ਨਾਲ ਨਹੀਂ ਨਿਭਦੇ। ਕਿੰਨੀ ਇੱਥੇ ਮਾਇਆ ਦਾ ਜ਼ੋਰ ਆ, ਭਰਮ ਕਿੰਨਾ ਵੱਡਾ ਹੈ। ਸਤਿਗੁਰਾਂ ਦੇ ਵਚਨ ਸੁਣ ਕੇ ਸਮਝਦੇ ਹੋਏ ਸਭ ਕੁਛ ਵੀ ਫਿਰ ਵੀ ਅਸੀਂ ਇਹੋ ਜਿਹੇ ਕਰਮ ਕਰ ਦਿੰਦੇ ਹਾਂ ਜਿਹਦੇ ਕਰਕੇ ਸਾਨੂੰ ਸਤਿਗੁਰਾਂ ਦੇ ਚਰਨਾਂ ਤੋਂ ਦੂਰੀ ਹੋ ਜਾਂਦੀ ਹੈ। ਅੱਗੇ ਫਰਮਾਇਆ, ਵਿੱਚ ਨਾ ਕੋਈ ਕਰ ਸਕੇ ਕਿਸ ਥਾਂ ਰੋਵੇ ਰੋਜ਼। ਜਦੋਂ ਅਸੀਂ ਉਹਨਾਂ ਤੋਂ ਬੇਮੁਖ ਹੋ ਕੇ ਕੋਈ ਵੀ ਕਰਮ ਕਰਦੇ ਹਾਂ, ਜਦੋਂ ਸਾਨੂੰ ਉਹਦਾ ਦੋਸ਼ ਮਿਲਦਾ, ਜਦੋਂ ਸਾਨੂੰ ਸਜ਼ਾ ਮਿਲਦੀ ਆ, ਉਹਦੇ ਵਿੱਚ ਫਿਰ ਕੋਈ ਵੀ ਕੁਛ ਨਹੀਂ ਕਰ ਸਕਦਾ। ਫਿਰ ਅਸੀਂ ਰੋਂਦੇ ਪਿੱਟਦੇ ਹਾਂ ਕਿ ਵੀ ਇਹ ਸਾਡੇ ਨਾਲ ਕਿਉਂ ਇਸ ਤਰ੍ਹਾਂ ਹੋ ਰਿਹਾ ਹੈ, ਕਿਉਂ ਸਾਨੂੰ ਇਹ ਦੁੱਖ ਹੋ ਰਿਹਾ ਹੈ। ਪਰ ਉਹ ਤੋਂ ਸਾਡੀ ਕੋਈ ਸੁਣਦਾ ਨਹੀਂ, ਇੱਥੇ ਕੋਈ ਸਾਡੀ ਉੱਥੇ ਪੁਕਾਰ ਨਹੀਂ ਸੁਣਦਾ। ਹੈ ਕੀਤਾ ਕੁਛ ਨਾ ਹੋਵੇ ਲਿਖਿਆ ਧੁਰ ਸੰਜੋਗ। ਜਿਹੜੇ ਕਰਮ ਅਸੀਂ ਕੀਤੇ ਉਹਨਾਂ ਕਰਮਾਂ ਦੀ ਸਾਨੂੰ ਫਿਰ ਉਹ ਜਿਹੜੀ ਹੈ ਸਜ਼ਾ ਮਿਲਦੀ ਹੈ। ਜਿਸ ਤਰ੍ਹਾਂ ਕਰਮ ਕੋਈ ਵੀ ਹੈ, ਚਾਹੇ ਰਸਤੇ 'ਚ ਸੜਕ 'ਤੇ ਜਾਂਦਿਆਂ ਕੋਈ ਐਕਸੀਡੈਂਟ ਕਰ ਦਿੰਦਾ, ਕਿਸੇ ਦਾ ਦਿਲ ਦਿਖਾਉਂਦਾ, ਕਿਸੇ ਨੂੰ ਮਾਰ ਦਿੰਦਾ ਹੈ, ਕਿਸੇ ਤਰ੍ਹਾਂ ਵੀ ਕੋਈ ਐਕਸੀਡੈਂਟ ਹੁੰਦਾ ਹੈ, ਉਹਦੀ ਸਜ਼ਾ ਕੇਸ ਚੱਲਦਾ ਹੈ, ਫਿਰ ਉਹਨੂੰ ਕੋਰਟ ਦੇ ਵਿੱਚ ਜਿਹੜਾ ਜੱਜ ਉਹਦੀ ਸਜ਼ਾ ਉਹਨੂੰ ਸੁਣਾ ਦਿੰਦਾ। ਕੇਸ ਭਾਵੇਂ ਥੱਲੇ ਜਾ, ਜਦੋਂ ਜੱਜ ਸਜ਼ਾ ਲਿਖ ਦਿੰਦਾ, ਸੁਣਾ ਦਿੰਦਾ ਹੈ, ਫਿਰ ਥੱਲੇ ਦਾ ਵਾਲਾ ਕੋਈ ਵੀ ਕੁਛ ਨਹੀਂ ਕਰ ਸਕਦਾ ਉੱਥੇ। ਲਿਖਿਆ ਧੁਰ ਸੰਜੋਗ। ਫਿਰ ਸਾਡਾ ਰੋਣਾ ਪਿੱਟਣਾ ਕੋਈ ਵੀ ਕਿਸੇ ਵੀ ਕੰਮ ਨਹੀਂ ਆਉਂਦਾ। ਇਸ ਕਰਕੇ ਗੁਰੂ ਮਹਾਰਾਜ ਨੇ ਫਰਮਾਉਣਾ ਕਿ ਬਈ ਬੜਾ ਸੋਚ ਸਮਝ ਕੇ ਜਿਹੜਾ ਹਰ ਕਦਮ ਅਸੀਂ ਪੁੱਟੀਏ। ਡਰਤ ਰਹੇ ਸੋ ਉਬਰੇ ਗਾਫਲ ਖਾਈ ਮਾਰ। ਜੇ ਸਤਿਗੁਰਾਂ ਦਾ ਡਰ ਭੈ ਰੱਖ ਕੇ ਅਸੀਂ ਉਹਨਾਂ ਦੇ ਹੁਕਮ 'ਚ, ਉਹਨਾਂ ਦੇ ਬਚਨਾਂ ਦੇ ਵਿੱਚ ਚੱਲੀਏ, ਅਤੇ ਕੋਈ ਕਰਮ ਸਾਡੇ ਕੋਲ ਐਸਾ ਹੋਏਗਾ ਹੀ ਨਹੀਂ ਕਿ ਜਿਹਦੇ ਕਰਕੇ ਸਾਨੂੰ ਬਾਅਦ ਵਿੱਚ ਪਛਤਾਉਣਾ ਪਵੇ। ਸਤਿਗੁਰਾਂ ਨੇ ਫਰਮਾਉਣਾ ਕਿ ਹਰ ਵੇਲੇ ਡਰਦਾ ਰਹੇ। ਕਿਉਂਕਿ ਜੇ ਅਸੀਂ ਉਹਨਾਂ ਦਾ ਡਰ ਭੈ ਛੱਡਾਂਗੇ ਤਾਂ ਫਿਰ ਸਾਨੂੰ ਕੋਈ ਵੀ ਬਚਾਉਣ ਵਾਲਾ ਨਹੀਂ ਹੈ। ਪਰ ਫਿਰ ਵੀ ਸਤਿਗੁਰੂ ਕਿਰਪਾ ਕਰਦੇ ਨੇ, ਦਇਆ ਕਰਦੇ ਨੇ, ਸਾਨੂੰ ਉਹਦਾ ਹੌਸਲਾ ਦਿੰਦੇ ਨੇ ਕਿ ਕਿਸ ਤਰ੍ਹਾਂ ਅੱਗੇ ਹੋ ਸਕਦਾ। ਕਹਿੰਦੇ ਵਡ ਭਾਗੀ ਮੇਰਾ ਪ੍ਰਭ ਮਿਲੇ ਤਾਂ ਉਤਰੇ ਸਭ ਯੋਗ। ਹੋਰ ਕੋਈ ਵੀ ਹੱਲ ਨਹੀਂ। ਕਿਉਂਕਿ ਜਿਨ੍ਹਾਂ ਕਰਮਾਂ ਕਰਕੇ ਉਹਨਾਂ ਦੇ ਚਰਨਾਂ ਤੋਂ ਦੂਰ ਹੋਏ, ਉਹਨਾਂ ਤੋਂ ਬੇਮੁਖ ਹੋਏ, ਸਾਰੇ ਰੋਗ ਉਦੋਂ ਸ਼ੁਰੂ ਹੋਏ। ਪਰ ਜਦੋਂ ਕਿਰਪਾ ਕਰਨ, ਦਇਆ ਕਰਨ ਉਹ ਸਤਿਗੁਰੂ ਫਿਰ ਸਾਨੂੰ ਕਿਤੇ ਮਿਲਣ, ਫਿਰ ਸਾਡੇ ਜਿਹੜੇ ਜਨਮਾਂ ਦੇ ਬੰਧਨ ਜਾਂ ਜਨਮਾਂ ਦੇ ਜਿਹੜੇ ਕਰਮ ਜਿਹੜੇ ਆ ਫਿਰ ਕੱਟੇ ਜਾ ਸਕਦੇ। ਹੋਰ ਕੋਈ ਹੱਲ ਨਹੀਂ। ਜੋ ਮਰਜ਼ੀ ਅਸੀਂ ਰੋਈਏ ਪਿੱਟੀਏ, ਜਿੱਦਾਂ ਮਰਜ਼ੀ ਅਸੀਂ ਮਨ 'ਚ ਆਪਣੇ ਰੱਖ ਕੇ ਉਹਨੂੰ ਅੱਗੇ ਪਿੱਛੇ ਹੁੰਦੇ ਰਹੀਏ, ਕੋਈ ਫਰਕ ਨਹੀਂ ਪੈ ਸਕਦਾ। ਉਹ ਕਿਰਪਾ ਕਰਨ, ਦਇਆ ਕਰਨ, ਸਾਨੂੰ ਆਪਣੇ ਚਰਨਾਂ 'ਚ ਜਗ੍ਹਾ ਦੇ ਦੇਣ, ਫਿਰ ਉਹ ਜਿਹੜੇ ਆ ਸਾਡੇ ਕਰਮ ਜਿਹੜੇ ਆ ਉਹ ਕੱਟੇ ਜਾ ਸਕਦੇ ਆ। ਕਿਉਂਕਿ ਜਿਸ ਤਰ੍ਹਾਂ ਸੰਸਾਰੀ ਤੌਰ ਦੇ ਉੱਤੇ ਵੀ ਜਿਹਨੇ ਸਜ਼ਾ ਲਿਖੀ ਹੈ, ਜਿਹਨੇ ਦਿੱਤੀ ਹੈ, ਉਹ ਆਪ ਹੀ ਖੁਦ ਉਸ ਵਿੱਚ ਕੋਈ ਕਟੌਤੀ ਕਰ ਦੇਵੇ ਤਾਂ ਕਰ ਦੇਵੇ, ਥੱਲੇ ਕੋਈ ਵੀ ਉਹਨੂੰ ਚੈਲੰਜ ਨਹੀਂ ਆਉਂਦਾ। ਅੱਗੇ ਫਰਮਾਇਆ, ਨਾਨਕ ਕੋ ਪ੍ਰਭ ਰਾਖ ਲੈ ਮੇਰੇ ਸਾਹਿਬ ਬੰਦੀ ਮੋਚ। ਜੇ ਸਤਿਗੁਰ ਮਿਲ ਜਾਣ, ਦਇਆ ਕਰ ਦੇਣ, ਕਿਤੇ ਫਿਰ ਮੌਕਾ ਦੇ ਦੇਣ, ਫਿਰ ਉਹਨਾਂ ਦੇ ਚਰਨਾਂ ਦੇ ਵਿੱਚ ਅਸੀਂ ਬੇਨਤੀ ਕਰੀਏ, ਪੁਕਾਰ ਕਰੀਏ ਕਿ ਸਤਿਗੁਰੂ ਅਸੀਂ ਭੁੱਲਣ ਆ ਰਹਾ, ਸਾਨੂੰ ਸਮਝ ਨਹੀਂ, ਅਸੀਂ ਤੁਹਾਡੇ ਬਚਨਾਂ 'ਤੇ ਚੱਲ ਨਹੀਂ ਸਕਦੇ, ਕਿਰਪਾ ਕਰੋ, ਦਇਆ ਕਰੋ। ਜੇ ਤੁਸੀਂ ਇੱਥੋਂ ਨਹੀਂ ਸਾਨੂੰ ਛਡਾਓਗੇ ਤਾਂ ਸਾਨੂੰ ਇੱਥੇ ਕੋਈ ਹੋਰ ਛਡਾਉਣ ਵਾਲਾ ਨਹੀਂ ਹੈ। ਦਇਆ ਕਰੋ, ਕਿਰਪਾ ਕਰੋ, ਆਪ ਸਾਨੂੰ ਆਪ ਆ ਕੇ ਛਡਾ ਦਿਓ ਇੱਥੋਂ, ਅਸੀਂ ਨਹੀਂ ਇੱਥੋਂ ਨਿਕਲ ਸਕਦੇ। ਉਹਨਾਂ ਦੇ ਚਰਨਾਂ ਵਿੱਚ ਬੇਨਤੀ ਪੁਕਾਰ, ਉਹੀ ਸਾਡਾ ਇੱਕ ਹੱਲ ਹੈ। ਹੋਰ ਇੱਥੇ ਕੋਈ ਵੀ ਸਾਡਾ ਇਸ ਚੀਜ਼ ਦਾ ਹੱਲ ਨਹੀਂ। ਕਤਕ ਹੋਵੇ ਸਾਧ ਸੰਗ ਬਿਨਸੇ ਸਭੇ ਸੋਚ। ਸਤਿਗੁਰਾਂ ਦੀ ਦਇਆ ਕਿਰਪਾ ਇਸ ਮਹੀਨੇ ਹੋਵੇ, ਕਿਸੇ ਸੰਗਤ ਦੇ ਵਿੱਚ ਮਿਲ ਕੇ ਕਿਤੇ ਸਾਧੂਆਂ ਦਾ ਸੰਗ, ਜਿਹੜਾ ਸਤਿਗੁਰਾਂ ਦਾ ਸੰਗ, ਉਹ ਮਿਲ ਜਾਵੇ।
ਉਹਨਾਂ ਦੀ ਸਾਡੀ ਬੇਨਤੀ ਜਿਹੜੀ ਕੀਤੀ ਹੈ, ਪੁਕਾਰ ਕੀਤੀ ਹੈ, ਉਹ ਮਨਜ਼ੂਰ ਕਰ ਲੈਣ। ਫਿਰ ਜਿੰਨੀਆਂ ਸੋਚਾਂ, ਜਿੰਨੀਆਂ ਸਾਡੀਆਂ ਚਿੰਤਾ ਵਾ, ਫਿਰ ਉਹ ਦੂਰ ਹੋ ਸਕਦੀਆਂ ਨੇ। ਹੋਰ ਇੱਥੇ ਕੋਈ ਵੀ ਕਿਸੇ ਚੀਜ਼ ਦਾ ਹੱਲ ਨਹੀਂ। ਇਸ ਕਰਕੇ ਉਹਨਾਂ ਨੇ ਸਮਝਾਉਣ 'ਚ ਕਦੀ ਵੀ ਕੋਈ ਕਮੀ ਨਹੀਂ ਛੱਡੀ। ਸਾਡੇ ਸਮਝਣ 'ਚ, ਮੰਨਣ 'ਚ ਸਾਡੇ ਹਰ ਵਾਰੀ ਕਮੀ ਹੁੰਦੀ ਹੈ। ਸਤਿਗੁਰ ਦਇਆ ਕਰਨ, ਕਿਰਪਾ ਕਰਨ। ਇਹ ਜਿਹੜਾ ਮਹੀਨਾ ਹੈ, ਸਤਿਗੁਰ ਆਪਣੀ ਯਾਦ 'ਚ, ਆਪਣੇ ਪਿਆਰ 'ਚ ਬਿਤਾਉਣ। ਕਿਸੇ ਤਰ੍ਹਾਂ ਵੀ ਮਨ ਨਾਲ, ਤਨ ਨਾਲ ਕੋਈ ਐਸਾ ਕਰਮ ਨਾ ਸਾਡਾ ਬਣੇ ਕਿ ਜਿੱਥੋਂ ਸਾਨੂੰ ਸਤਿਗੁਰਾਂ ਦੀ ਨਾਰਾਜ਼ਗੀ ਮਿਲੇ। ਜੇ ਸਾਡੀਆਂ ਕੋਈ ਪਿਛਲੀਆਂ ਕੋਈ ਗਲਤੀਆਂ ਜਾਂ ਕਿਸੇ ਤਰ੍ਹਾਂ ਦਾ ਵੀ ਸਾਡੇ ਕਰਮਾਂ ਕਰਕੇ ਅਸੀਂ ਕੋਈ ਦੁੱਖ ਕਸ਼ਟ ਪਾ ਰਹੇ ਹਾਂ, ਸਤਿਗੁਰ ਆਪ ਕਿਰਪਾ ਕਰਕੇ, ਦਇਆ ਕਰਕੇ ਉਹਨੂੰ ਬਖਸ਼ ਦੇਣ, ਸਾਨੂੰ ਆਪਣੇ ਚਰਨਾਂ ਦਾ ਪਿਆਰ ਭਰੋਸਾ ਬਖਸ਼ਣ। ਅਤੇ ਅੱਜ ਵੀ ਸ਼ੁੱਕਰਵਾਰ ਦਾ ਦਿਨ, ਕੱਤੇ ਦਾ ਮਹੀਨਾ ਚੜ੍ਹਿਆ ਹੈ। ਗੁਰੂ ਮਹਾਰਾਜ ਸਾਰਿਆਂ ਨੂੰ ਆਪਣਾ ਭਾਵ ਭਰੋਸਾ ਬਖਸ਼ਣ, ਦਇਆ ਕਰਨ, ਕਿਰਪਾ ਕਰਨ। ਰਾਧਾ ਸੁਆਮੀ, ਰਾਧਾ ਸੁਆਮੀ, ਰਾਧਾ ਸੁਆਮੀ। ਰਾਧਾ ਸੁਆਮੀ, ਰਾਧਾ ਸੁਆਮੀ, ਰਾਧਾ ਸੁਆਮੀ।